ਸਕੂੰ। ਤੂੰ ਠਾਕੁਰ ਊਚ ਭਗਵਾਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਨਾਹੇ ਨਾ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ। ਬਿਖਮ ਨਦੀ ਜਾਏ ਤਰਣੀ, ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਿਲਾ ਪੰਜਵਾਂ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾਵਨਾ। ਰਹਾਉ ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਸੰਤ ਕਿਰਪਾ ਤੇ ਹਿਰਦੈ ਵਾਸੈ, ਦੂਜਾ ਪਾਉ ਮਿਟਾਵਨਾ। ਭਗਤ ਦਇਆ ਤੇ ਬੁੱਧ ਪਰਗਾਸੈ, ਦੁਰਮਤ ਦੁਖ ਤਜਾਵਨਾ। ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨ ਪਾਵਨਾ। ਨੌ ਨਿਧ ਰਿਧ ਸਿਧ ਪਾਈ, ਜੋ ਤੁਮਰੇ ਮਨ ਭਾਵਨਾ। ਸੰਤ ਬਿਨਾ ਮੈਂ ਥਾਉ ਨ ਕੋਈ, ਅਵਰ ਨ ਸੂਝੈ ਜਾਵਨਾ। ਮੋਹਿ ਨਿਰਗਨ ਕੋ ਕੋਇ ਨ ਰਾਖੈ, ਸੰਤਾਂ ਸੰਗ ਸਮਾਵਨਾ। ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਧੇ ਹਰ ਹਰ ਰਾਵਨਾ। ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਧੇ ਹਰ ਹਰ ਰਾਵਨਾ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀਆਂ ਨੇ ਮਾਰੂ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ, ਉਸ ਵਿੱਚੋਂ ਅਸ਼ਟਪਦੀਆਂ ਦੇ ਦੂਸਰੇ ਨੰਬਰ ਸ਼ਬਦ ਦੇ ਪਾਠ ਨੂੰ ਸ਼ਰਵਣ ਕੀਤਾ ਹੈ। ਆਓ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਹੈ। ਇੱਕ ਤਰਲਾ ਲਿਆ ਗਿਆ ਹੈ। ਉਹ ਤਰਲਾ ਕਾਹਦਾ ਲਿਆ ਗਿਆ ਹੈ? ਉਹ ਤਰਲਾ ਇਹ ਹੈ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾਮਨਾ। ਮੇਰੇ ਹਿਰਦੇ ਘਰ ਦੇ ਵਿੱਚ ਹੇ ਮੇਰੇ ਗੁਰੂ ਆ ਕੇ ਵਸ, ਹੇ ਮੇਰੇ ਸਤਿਗੁਰੂ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸੋ। ਮੇਰੇ ਕੰਨਾਂ ਦੇ ਵਿੱਚ ਪਰਮਾਤਮਾ ਦੀ ਸਿਫਤੋ ਸਲਾਹ ਦੇ ਬੋਲ ਪਾਓ, ਆਪਣਾ ਸ਼ਬਦ ਪਾਓ। ਇਹ ਤਰਲਾ ਲਿਆ ਗਿਆ ਹੈ ਵੀ ਗੁਰੂ ਜੀ ਤੁਸੀਂ ਮੇਰੇ ਹਿਰਦੇ ਵਿੱਚ ਆ ਕੇ ਵਸੋ ਤੇ ਮੇਰੇ ਕੰਨਾਂ ਦੇ ਵਿੱਚ ਆਪਣੇ ਬੋਲ ਸਿਫਤੋ ਸਲਾਹ ਦੇ ਬੋਲ ਪਾਓ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿੱਥੇ ਰੱਬੀ ਮਿਲਾਪ ਤੇ ਜ਼ੋਰ ਦਿੰਦੀ ਹੈ ਵੀ ਇਹ ਜੋ ਮਨੁੱਖਾ ਜਨਮ ਹੈ ਇਹ ਰੱਬੀ ਮਿਲਾਪ ਦੇ ਵਾਸਤੇ ਸਾਨੂੰ ਪ੍ਰਾਪਤ ਹੋਇਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਈ ਜਗ੍ਹਾ ਬਚਨ ਆਉਂਦੇ ਨੇ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਚਿਰਾਂ ਪਿੱਛੋਂ ਤੈਨੂੰ ਮਨੁੱਖਾ ਦੇਹ ਮਿਲੀ ਹੈ। ਇਹ ਮਿਲੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੋਣ ਵਾਸਤੇ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਤੇ ਇਹ ਮਨੁੱਖਾ ਦੇਹੀ ਉਸ ਰੱਬ ਜੀ ਦੀ ਪ੍ਰਾਪਤੀ ਦੇ ਵਾਸਤੇ ਮਿਲੀ ਹੈ। ਰੱਬੀ ਮਿਲਾਪ ਦੀ ਵਾਰ-ਵਾਰ ਸਾਨੂੰ ਗੱਲ ਗੁਰੂ ਜੀ ਨੇ ਦ੍ਰਿੜ ਕਰਵਾਈ ਹੈ ਵੀ ਰੱਬੀ ਮਿਲਾਪ ਕਰ। ਜਿੱਥੇ ਰੱਬੀ ਮਿਲਾਪ ਕਰਨ ਦੀ ਵਾਰ-ਵਾਰ ਸਾਨੂੰ ਸਿੱਖਿਆ ਦਿੱਤੀ ਹੈ, ਉੱਥੇ ਨਾਲ ਇਹ ਵੀ ਆਖਿਆ ਵੀ ਰੱਬੀ ਮਿਲਾਪ ਕਰਾਉਣਾ ਕਿੰਨੇ ਹੈ। ਰੱਬ ਜੀ ਦੇ ਵਿੱਚ ਅਭੇਦਤਾ ਕਰਾਉਣੀ ਕਿੰਨੀ ਹੈ। ਆਪਣੇ ਆਪ ਤਾਂ ਜੀਵ ਉਸ ਮਾਲਕ ਤੱਕ ਨਹੀਂ ਪਹੁੰਚ ਸਕਦਾ, ਉਸ ਮਾਲਕ ਨੂੰ ਆਪਣੇ ਆਪ ਤਾਂ ਨਹੀਂ ਮਿਲ ਸਕਦਾ। ਫਿਰ ਜਿੱਥੇ ਰੱਬੀ ਮਿਲਾਪ ਦੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਵਾਰ-ਵਾਰ ਸਾਨੂੰ ਚੇਤੇ ਕਰਾਈ ਹੈ, ਉੱਥੇ ਰੱਬੀ ਮਿਲਾਪ ਦੇ ਵਿੱਚ ਜੋ ਸਹਾਇਕ ਹੈ ਸਤਿਗੁਰੂ, ਪੂਰਾ ਗੁਰੂ, ਉਹਦੇ ਨਾਲ ਜੁੜਨ ਦੀ ਵੀ ਗੱਲ ਵਾਰ-ਵਾਰ ਸਾਨੂੰ ਆਖੀ ਹੈ ਗੁਰੂ ਜੀ ਨੇ ਵੀ ਗੁਰੂ ਨਾਲ ਜੁੜ, ਗੁਰੂ ਦੀ ਸੰਗਤ ਕਰ। ਕਿਉਂਕਿ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦਾ ਵਿਚੋਲਾ ਹੈ ਗੁਰੂ। ਗੁਰੂ ਤੈਨੂੰ ਉਸ ਮਾਲਕ ਵਾਹਿਗੁਰੂ ਜੀ ਦੇ ਨਾਲ ਜੋੜ ਦੇਵੇਗਾ, ਤੇਰਾ ਮਿਲਾਪ ਕਰਾਵਾ ਦੇਵੇਗਾ। ਤਾਂ ਹੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਤਰਲੇ ਲਏ ਸਨ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਵੀ ਹੇ ਮੇਰੇ ਪ੍ਰਭੂ ਮੇਰੇ ਤੇ ਕਿਰਪਾ ਕਰ, ਸਤਿਗੁਰ ਜੀ ਦੇ ਨਾਲ ਮੈਨੂੰ ਮਿਲਾ। ਸਤਿਗੁਰ ਜੀ ਦੇ ਨਾਲ ਮਿਲਾਪ ਹੋਵੇਗਾ, ਤੇਰੇ ਗੁਣ ਤੇਰਾ ਨਾਮ
ਉਹ ਦਾਤ ਮੇਰੀ ਝੋਲੀ ਵਿੱਚ ਗੁਰੂ ਦੇ ਰਾਹੀਂ ਪਵੇਗੀ। ਗੁਰੂ ਦੇ ਬਚਨਾਂ ਨੂੰ ਕਮਾ ਕੇ, ਗੁਰੂ ਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾ ਕੇ, ਗੁਰੂ ਅਨੁਸਾਰੀ ਹੋ ਕੇ ਤੇਰੇ ਤੱਕ ਪਹੁੰਚਾਂਗਾ ਮੈਂ, ਕਿਉਂਕਿ ਗੁਰੂ ਹੀ ਤੇਰੇ ਨਾਲ ਮਿਲਾ ਸਕਦਾ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓ ਨ, ਕਰ ਪ੍ਰਗਟ ਆਖ ਸੁਣਾਇਆ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਕਰਕੇ ਜਿੱਥੇ ਰੱਬੀ ਮਿਲਾਪ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ, ਸਾਨੂੰ ਰੱਬੀ ਮਿਲਾਪ ਕਰਨ ਦੇ ਲਈ ਪ੍ਰੇਰਣਾ ਵਾਰ-ਵਾਰ ਦਿੱਤੀ ਗਈ ਹੈ, ਉੱਥੇ ਨਾਲ ਨਾਲ ਗੁਰੂ ਨਾਲ ਜੁੜਨ ਦੀ ਵੀ ਪ੍ਰੇਰਣਾ ਹੈ, ਗੁਰੂ ਦੀ ਸੰਗਤ ਕਰਨ ਦੀ ਪ੍ਰੇਰਣਾ ਹੈ, ਗੁਰੂ ਦੇ ਬਚਨਾਂ ਨਾਲ ਸਾਂਝ ਪਾਉਣ ਦੀ ਪ੍ਰੇਰਣਾ ਹੈ। ਅੱਜ ਦੇ ਇਸ ਪਾਵਨ ਬਚਨ ਅੰਦਰ ਸਤਿਗੁਰੂ ਜੀ ਤਰਲੇ ਲੈ ਰਹੇ ਨੇ ਵੀ ਆਓ ਜੀ, ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾਮਨਾ। ਹੇ ਮੇਰੇ ਪਿਆਰੇ ਸਤਿਗੁਰੂ, ਮੇਰੇ ਹਿਰਦੇ ਵਿੱਚ ਆ ਕੇ ਵਸ। ਗੁਰੂ ਦਾ ਹਿਰਦੇ ਵਿੱਚ ਵਸਣਾ ਕੀ ਹੈ? ਗੁਰੂ ਦੇ ਉਪਦੇਸ਼ ਦਾ ਹਿਰਦੇ ਵਿੱਚ ਵਸ ਜਾਣਾ, ਗੁਰੂ ਦਾ ਹਿਰਦੇ ਵਿੱਚ ਵਸਣਾ ਹੈ। ਗੁਰੂ ਦੇ ਸ਼ਬਦ ਦਾ ਹਿਰਦੇ ਵਿੱਚ ਵਸ ਜਾਣਾ, ਗੁਰੂ ਦਾ ਹਿਰਦੇ ਵਿੱਚ ਵਸਣਾ। ਕਿਉਂਕਿ ਗੁਰੂ ਕੌਣ ਹੈ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸ਼ਬਦ ਦਾ ਹਿਰਦੇ ਵਿੱਚ ਵਸਣਾ ਹੀ ਗੁਰੂ ਦਾ ਹਿਰਦੇ ਵਿੱਚ ਵਸਣਾ ਹੈ। ਤੇ ਜੇ ਗੁਰੂ ਹਿਰਦੇ ਵਿੱਚ ਵਸ ਗਿਆ ਤੇ ਸਮਝ ਲਓ ਪਰਮੇਸ਼ਰ ਵੀ ਹਿਰਦੇ ਵਿੱਚ ਵਸ ਜਾਏਗਾ। ਕਿਉਂਕਿ ਗੁਰੂ ਵਿੱਚ ਪਰਮੇਸ਼ਰ ਹੈ, ਪਰਮੇਸ਼ਰ ਵਿੱਚ ਗੁਰੂ ਹੈ। ਸਤਿਗੁਰ ਵਿੱਚ ਆਪ ਰਖਿਓ ਨ, ਕਰ ਪ੍ਰਗਟ ਆਖ ਸੁਣਾਇਆ। ਕਹਿੰਦੇ ਨੇ ਗੁਰੂ ਜੀ ਮੇਰੇ ਹਿਰਦੇ ਵਿੱਚ ਆ ਕੇ ਵਸੋ ਤੇ ਪ੍ਰਭੂ ਦੀ ਸਿਫਤੋ ਸਲਾਹ ਦੇ ਬਚਨ ਸੁਣਾਓ। ਸਤਿਗੁਰ ਜੀ ਦੇ ਬਚਨਾਂ ਦੇ ਵਿੱਚ ਬੜੀ ਤਾਕਤ ਹੈ, ਬਹੁਤ ਵੱਡੀ ਸਮਰੱਥਾ ਰੱਖਣ ਵਾਲੇ ਦੇ ਗੁਰੂ ਦੇ ਬਚਨ। ਜਿਸ ਜਿਸ ਹਿਰਦੇ ਵਿੱਚ ਗੁਰੂ ਦੇ ਬਚਨ ਵਸੇ, ਜਿਨ੍ਹਾਂ ਕੰਨਾਂ ਨਾਲ ਗੁਰੂ ਦੇ ਬਚਨ ਸੁਣੇ, ਉਹਨੂੰ ਭਵਜਲ ਸਾਗਰ ਦੇ ਵਿੱਚੋਂ ਡੁੱਬਣ ਤੋਂ ਗੁਰੂ ਦੇ ਬਚਨਾਂ ਨੇ ਬਚਾ ਲਿਆ। ਉਹ ਭਾਵੇਂ ਭੈੜੇ ਆਚਰਣ ਵਾਲਾ ਸੀ, ਭਾਵੇਂ ਉਹ ਭੈੜੀ ਬੋਲੀ ਬੋਲਦਾ ਸੀ, ਭਾਵੇਂ ਮੰਦੇ ਜੀਵਨ ਵਾਲਾ ਸੀ ਉਹ, ਪਰ ਗੁਰੂ ਦੇ ਬਚਨਾਂ ਨਾਲ ਪ੍ਰੀਤ ਪਾ ਕੇ ਉਹ ਸ਼ੁਭ ਜੀਵਨ ਵਾਲਾ, ਸ਼ੁਭ ਆਚਰਣ ਵਾਲਾ, ਪਵਿੱਤਰ ਬਚਨ ਬੋਲੀ ਵਾਲਾ ਬਣ ਗਿਆ। ਭਾਵੇਂ ਉਹ ਜਨਮਾਂ ਜਨਮਾਂਤਰਾਂ ਦੇ ਵਿੱਚ ਭਟਕ ਰਿਹਾ ਸੀ, ਭਾਵੇਂ ਉਹ ਜੁਨੀਆਂ ਦੇ ਵਿੱਚ ਭਟਕ ਰਿਹਾ ਸੀ ਮਾਨਸਿਕ ਤਲ ਕਰਕੇ, ਵਾਰ-ਵਾਰ ਜੰਮ ਰਿਹਾ ਸੀ, ਵਾਰ-ਵਾਰ ਮਰ ਰਿਹਾ ਸੀ, ਨਰਕੀ ਜੀਵਨ ਭੋਗ ਰਿਹਾ ਸੀ ਵਿਕਾਰਾਂ ਨਾਲ ਸਾਂਝ ਪਾ ਕੇ। ਪਰ ਗੁਰੂ ਦੇ ਬਚਨਾਂ ਨਾਲ ਜਦੋਂ ਉਹਦੀ ਸਾਂਝ ਬਣੀ, ਗੁਰੂ ਨੇ ਉਸ ਨੂੰ ਉਸ ਵਿਕਾਰਾਂ ਦੀ ਖੱਡ ਵਿੱਚੋਂ ਕੱਢਿਆ, ਨਰਕ ਦੇ ਵਿੱਚੋਂ ਕੱਢਿਆ, ਉਹਨੂੰ ਜੰਮਣ ਮਰਨ ਦੇ ਵਿੱਚੋਂ ਕੱਢ ਦਿੱਤਾ। ਭਾਵਾਂ ਕਿ ਉਹਨੂੰ ਕੋਈ ਨਹੀਂ ਸੀ ਜਾਣਦਾ, ਉਹਨੂੰ ਕੋਈ ਇੱਜ਼ਤ ਮਾਨ ਵਡਿਆਈ ਵੀ ਸੀ ਨਹੀਂ ਸੀ ਮਿਲੀ, ਪਰ ਗੁਰੂ ਦੇ ਬਚਨਾਂ ਨੂੰ ਮੰਨ ਕੇ ਜੀਵਨ ਜਿਉਣ ਵਾਲਾ ਸੰਸਾਰ ਦੇ ਵਿੱਚ ਗੁਰੂ ਨੇ ਪ੍ਰਗਟ ਕਰ ਦਿੱਤਾ। ਬੜਾ ਪਿਆਰਾ ਬਚਨ ਹੈ ਗੁਰੂ ਮਹਾਰਾਜ ਜੀ ਦਾ, ਵੀ ਜੇ ਕਿਤੇ ਸਾਡੀ ਪ੍ਰੀਤ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਬਚਨਾਂ ਨਾਲ ਬਣ ਜਾਏ, ਬਚਨ ਗੁਰੂ ਦਾ ਹਿਰਦੇ ਵਿੱਚ ਵਸ ਜਾਏ, ਸ਼ਬਦ ਗੁਰੂ ਦਾ ਹਿਰਦੇ ਵਿੱਚ ਵਸ ਜਾਏ, ਤੇ ਕੀ ਕੀ ਪ੍ਰਾਪਤ ਹੁੰਦਾ ਹੈ। ਗੁਰੂ ਜੀ ਕਹਿੰਦੇ ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ, ਮਹਾ ਬਿਖਾਦੀ ਮਹਾ ਅਪਵਾਦੀ, ਤੇ ਪੁਨੀਤ ਸੰਗਾਰੇ। ਕਹਿੰਦੇ ਨੇ ਸਤਿਗੁਰ ਬਚਨ ਤੁਮਾਰੇ, ਸਤਿਗੁਰ ਜੀ ਤੁਹਾਡੇ ਜਿਹੜੇ ਬਚਨ ਨੇ, ਉਪਦੇਸ਼ ਨੇ, ਰੱਬੀ ਸਿਫਤੋ ਸਲਾਹ ਨਾਲ ਭਰਪੂਰ ਜਿਹੜਾ ਬਚਨ ਹੈ ਤੁਹਾਡਾ, ਉਹ ਵਿਕਾਰਾਂ ਦੇ ਸਮੁੰਦਰ ਦੇ ਵਿੱਚ ਡਿੱਗੀਆਂ ਹੋਈਆਂ ਨੂੰ ਪਾਰ ਲਾਉਣ ਵਾਲਾ ਹੈ ਤੁਹਾਡਾ ਬਚਨ।
ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਜਦੋਂ ਜੀ ਦੇ ਹਿਰਦੇ ਵਿੱਚ ਵਸਦਾ ਹੈ, ਉਹਨੂੰ ਵਿਕਾਰਾਂ ਦੇ ਸਮੁੰਦਰ ਵਿੱਚ ਨਹੀਂ ਡੁੱਬਣ ਦਿੰਦਾ, ਉਹਨੂੰ ਤ੍ਰਿਸ਼ਨਾ ਵਿਕਾਰਾਂ ਦੀ ਅੱਗ ਦੇ ਵਿੱਚ ਨਹੀਂ ਸੜਨ ਦਿੰਦਾ। ਗੁਰੂ ਦਾ ਬਚਨ ਐਸਾ ਹੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਤੇ ਜਿਹੜੇ ਕਮਾਦਿਕ ਚੋਰ ਨੇ, ਜਦੋਂ ਹਿਰਦੇ ਵਿੱਚ ਗੁਰੂ ਦਾ ਸ਼ਬਦ ਆ ਕੇ ਟਿਕ ਜਾਂਦਾ ਹੈ, ਉਹਨਾਂ ਨੂੰ ਗੁਣ ਚੁਰਾਣ ਨਹੀਂ ਦਿੰਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਅੰਦਰੋਂ ਫਿਰ ਸੜਦਾ ਭੁੱਜਦਾ ਨਹੀਂ ਜੀਵ, ਜਦੋਂ ਗੁਰੂ ਦਾ ਬਚਨ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਤੇ ਇੱਥੇ ਗੁਰੂ ਜੀ ਕਹਿ ਰਹੇ ਨੇ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਜਿਨ੍ਹਾਂ ਦੇ ਅੰਦਰ ਗੁਣ ਕੋਈ ਨਹੀਂ ਸੀ, ਵਿਕਾਰਾਂ ਦੇ ਸਮੁੰਦਰ ਦੇ ਵਿੱਚੋਂ ਤੁਹਾਡੇ ਬਚਨਾਂ ਨੇ ਉਹਨਾਂ ਨੂੰ ਕੱਢ ਲਿਆ, ਗੁਣ ਵਾਲੇ ਬਣਾ ਲਿਆ। ਫਿਰ ਕਹਿੰਦੇ ਨੇ, ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ। ਕਹਿੰਦੇ ਜਿਨ੍ਹਾਂ ਦਾ ਆਚਰਣ ਬੜਾ ਭੈੜਾ ਸੀ, ਜਿਹੜੇ ਮੰਦੇ ਜੀਵਨ ਵਾਲੇ ਸਨ, ਮੰਦੇ ਖਿਆਲਾਂ ਦੇ ਮਾਲਕ ਸਨ, ਤੇ ਕੁਰਖਤ ਬੋਲੀ ਬੋਲਦੇ ਸਨ, ਖਰਵੇ ਬੋਲ ਸੀ ਜਿਨ੍ਹਾਂ ਦੇ, ਭੈੜੇ ਅਪਵਿੱਤਰ ਬੋਲ ਸੀ ਜਿਨ੍ਹਾਂ ਦੇ, ਉਹ ਸ਼ੁੱਧ ਜੀਵਨ ਵਾਲੇ ਬਣ ਗਏ। ਬੋਲੀ ਵਿੱਚ ਵੀ ਪਵਿੱਤਰਤਾ ਆ ਗਈ, ਮਿਠਾਸ ਆ ਗਈ, ਵਿਚਾਰਾਂ ਵਿੱਚ ਵੀ ਸ਼ੁੱਧਤਾ ਆ ਗਈ, ਤੇ ਆਚਰਣ ਵੀ ਉਹਨਾਂ ਦਾ ਨਿਰਮਲ ਹੋ ਗਿਆ। ਮਹਾ ਬਿਕਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ। ਫਿਰ ਕਹਿੰਦੇ ਨੇ, ਜਨਮ ਪੜੰਤੇ ਨਰਕ ਪਵੰਤੇ, ਤਿਨਕੇ ਕੁਲ ਉਧਾਰੇ। ਜਿਹੜੇ ਜਨਮਾਂ ਦੇ ਵਿੱਚ ਭਟਕ ਰਹੇ ਸਨ, ਵਿਕਾਰਾਂ ਦੀ ਖੱਡ ਵਿੱਚ ਡਿੱਗ ਕੇ ਨਰਕੀ ਜੀਵਨ ਭੋਗ ਰਹੇ ਸਨ, ਆਪ ਤਾਂ ਉਹਨਾਂ ਦਾ ਪਾਰ ਉਤਾਰਾ ਹੋਇਆ ਨਹੀਂ, ਉਹਨਾਂ ਦੀਆਂ ਕੁੱਲਾਂ ਤਾਰ ਦਿੱਤੀਆਂ। ਜਿਨ੍ਹਾਂ ਨੇ ਸ਼ਬਦ ਨਾਲ ਸਾਂਝ ਪਾਈ, ਤੇਰੇ ਉਪਦੇਸ਼ ਨਾਲ ਆਪਣੇ ਆਪ ਨੂੰ ਜੋੜਿਆ, ਪੀੜੀ ਦਰ ਪੀੜੀ ਗੁਰੂ ਦੇ ਬਚਨਾਂ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਸਫਲ ਕਰਦੇ ਰਹੇ, ਉਹਨਾਂ ਦੀਆਂ ਕੁੱਲਾਂ ਸਫਲ ਹੋ ਗਈਆਂ। ਤੇ ਆ ਭਾਈ ਬਲੀ ਸਿੰਘ ਜੀ ਦੇ ਤੁਸੀਂ ਕੁੱਲ ਨੂੰ ਵੇਖੋ, ਜੀਵਨ ਨੂੰ ਵੇਖੋ, ਉਹਨਾਂ ਦੇ ਪਰਿਵਾਰ ਦੀ ਜਿਹੜੀ ਹੈ ਗੁਰੂ ਘਰ ਨੂੰ ਦੇਣ ਵੇਖੋ। ਉਹਨਾਂ ਦਾ ਦਾਦਾ ਪੜਦਾਦਾ ਭਾਈ ਬੱਲੂ ਜੀ 6ਵੇਂ ਪਾਤਸ਼ਾਹ ਤੋਂ ਸਿੱਖੀ ਧਾਰਨ ਕਰਦਾ ਹੈ। 10ਮ ਪਾਤਸ਼ਾਹ ਤੇ ਉਹਨਾਂ ਤੋਂ ਬਾਅਦ ਤੱਕ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸ਼ਹੀਦੀਆਂ ਹੋਈਆਂ ਨੇ। ਕਰੀਬਨ 49 ਮੈਂਬਰ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸ਼ਹੀਦੀਆਂ ਦੇਣ ਵਾਲੇ ਗੁਰੂ ਦੇ ਖਾਤਰ। ਤੇ ਕਿੱਥੋਂ ਸਿੱਖੀ ਸ਼ੁਰੂ ਹੋਈ, ਪੀੜੀ ਕਿੱਥੋਂ ਹੋਈ? ਬੱਲੂ ਦਾਦੇ ਪੜਦਾਦੇ ਤੋਂ, ਭਾਈ ਮਨੀ ਸਿੰਘ ਜੀ ਦੀ। ਸੋ ਗੁਰਮੁਖੋ ਜਿਹੜੇ ਸ਼ਬਦ ਨਾਲ ਸਾਂਝ ਪਾ ਲੈਂਦੇ ਨੇ, ਆਪ ਵੀ ਜੁੜਦੇ ਨੇ, ਆਪਣੇ ਕੁੱਲ, ਆਪਣੇ ਬੱਚਿਆਂ, ਪਰਿਵਾਰ ਨੂੰ ਵੀ ਜੋੜ ਦਿੰਦੇ ਨੇ। ਫਿਰ ਕਹਿੰਦੇ, ਕੋਏ ਨਾ ਜਾਣੇ ਕੋਏ ਨਾ ਮਾਨੇ, ਤੇ ਪ੍ਰਗਟ ਹਰਦੁਆਰੇ। ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਕੋਈ ਨਹੀਂ ਸੀ ਜਿਨ੍ਹਾਂ ਨੂੰ ਇੱਜ਼ਤ ਮਾਨ ਵਡਿਆਈ ਦਿੰਦਾ, ਤੇਰੇ ਸ਼ਬਦ ਨਾਲ ਪ੍ਰੀਤ ਪਾਉਣ ਵਾਲੇ ਰੱਬ ਜੀ ਦੇ ਦਰ ਤੇ ਪ੍ਰਗਟ ਹੋ ਗਏ। ਸੰਸਾਰ ਤਾਂ ਪ੍ਰਗਟ ਹੋਈ, ਉਹ ਰੱਬ ਜੀ ਦੀ ਦਰਗਾਹ ਵਿੱਚ ਪ੍ਰਗਟ ਹੋ ਗਏ, ਮੰਨੇ ਗਏ, ਸਨਮਾਨੇ ਗਏ। ਫਿਰ ਕਹਿੰਦੇ ਨੇ, ਕਵਨ ਉਪਮਾ ਦਿਓ ਕਵਨ ਵਡਾਈ, ਜਨ ਨਾਨਕ ਖਿਨ ਖਿਨ ਵਾਰੇ। ਕਿਹੜੀ ਕਿਹੜੀ ਵਡਿਆਈ ਕਰਾਂ ਤੇਰੇ ਸ਼ਬਦ ਦੀ, ਤੇਰੇ ਬਚਨਾਂ ਦੀ, ਕਿਹੜੀ ਕਿਹੜੀ ਸਿਫਤ ਕਾਵਾਂ। ਤੇਰੇ ਬਚਨਾਂ ਦੇ ਵਿੱਚ ਇੰਨੀ ਤਾਕਤ ਹੈ, ਮੇਰਾ ਚਿੱਤ ਕਰਦਾ ਹੈ ਖਿਨ ਖਿਨ ਤੇਰੇ ਬਚਨਾਂ ਤੋਂ, ਤੇਰੇ ਉਪਦੇਸ਼ਾਂ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ। ਕਿਉਂਕਿ ਅੱਜ ਦਾ ਇਹ ਪਾਵਨ ਬਚਨ ਗੁਰੂ ਜੀ ਕਹਿ ਰਹੇ ਨੇ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾਵਨਾ। ਹੇ ਮੇਰੇ ਗੁਰੂ, ਮੇਰੇ ਹਿਰਦੇ ਵਿੱਚ ਆ ਕੇ ਵਸ। ਆਪਾਂ 5 ਬਾਣੀਆਂ ਪੜ੍ਹ ਜਾਂਦੇ ਆ, ਪੜ੍ਹਨੀਆਂ ਚਾਹੀਦੀਆਂ ਨੇ। ਸੁਖਮਨੀ ਸਾਹਿਬ ਪੜ੍ਹ ਜਾਂਦੇ ਆ, ਪੜ੍ਹਨੀਆਂ ਚਾਹੀਦੀਆਂ। ਕਦੀ ਤਰਲੇ ਲੈ ਕੇ ਇਹੋ ਜਿਹੀ ਅਰਦਾਸ ਕੀਤੀ ਵੀ ਗੁਰੂ ਜੀ ਮੈਂ ਤੇ ਸਮਾਂ ਘੰਟਾ ਲਾ ਕੇ, ਸਵਾ ਲਾ ਕੇ ਪੜ੍ਹ ਗਿਆ, ਮੇਰੇ ਹਿਰਦੇ ਵਿੱਚ ਕਦੋਂ ਵਸੇਗਾ?
ਕਰ ਕਿਰਪਾ ਵਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਜਿੰਨਾ ਚਿਰ ਤੂੰ ਹਿਰਦੇ ਵਿੱਚ ਨਹੀਂ ਵਸੇਗਾ ਗੱਲ ਨਹੀਂ ਬਣਨੀ। ਆਤਮਿਕ ਆਨੰਦ, ਜੀਵਨ ਦੀ ਪਵਿੱਤਰਤਾ, ਵਿਚਾਰਾਂ ਦੀ ਨਿਰਮਲਤਾ, ਇਹ ਆਤਮਿਕ ਸੁੱਖ, ਇਹ ਚੀਜ਼ਾਂ ਪ੍ਰਾਪਤ ਨਹੀਂ ਹੋਣਗੀਆਂ ਜਿੰਨਾ ਚਿਰ ਤੁਸੀਂ ਹਿਰਦੇ ਵਿੱਚ ਨਹੀਂ ਵਸੋਗੇ। ਕਿਉਂਕਿ ਜਦੋਂ ਉਹ ਹਿਰਦੇ ਵਿੱਚ ਵਸਦਾ ਹੈ, ਜਦੋਂ ਗੁਰੂ ਦੇ ਬਚਨ ਹਿਰਦੇ ਵਿੱਚ ਵਸਦੇ ਨੇ, ਫਿਰ ਜਿਹੜੇ ਕਿਲਵਿਖ ਨੇ, ਜਿਹੜੇ ਵਿਕਾਰ ਨੇ, ਜਿਹੜੀਆਂ ਮੰਦੀਆਂ ਵਿਚਾਰਾਂ ਨੇ, ਉਹ ਨਹੀਂ ਉੱਥੇ ਟਿਕ ਪਾਉਂਦੀਆਂ। ਆਪਾਂ ਪੜ੍ਹਦੇ ਹਾਂ ਨਾ, ਨਸ ਵੰਜੋ ਵੇ ਕਿਲ ਵਿਖੋ, ਕਰਤਾ ਘਰ ਆਇਆ। ਹੇ ਵਿਕਾਰੋ, ਹੇ ਮੰਦੇ ਵਿਚਾਰੋ, ਹੇ ਪਾਪ ਬਿਰਤੀ, ਹੁਣ ਇਹ ਮੇਰੇ ਜੀਵਨ ਵਿੱਚੋਂ ਨਿਕਲੋ। ਹੁਣ ਕਰਤਾ ਘਰ ਵਿੱਚ ਆ ਗਿਆ, ਗੁਰੂ ਆ ਕੇ ਬਹਿ ਗਿਆ ਅੰਦਰ ਵਿਚਾਰਾਂ ਦੇ ਵਿੱਚ। ਗੁਰਮਤ ਦਾ ਵਾਸਾ ਹੋ ਗਿਆ ਤੇ ਮਨਮਤ ਹੁਣ ਰਹੇਗੀ ਨਹੀਂ, ਦੁਰਮਤ ਹੁਣ ਰਹੇਗੀ ਨਹੀਂ, ਕੁਮਤ ਹੁਣ ਰਹੇਗੀ ਨਹੀਂ, ਕਿਉਂਕਿ ਗੁਰੂ ਦੀ ਮਤ ਆ ਕੇ ਹਿਰਦੇ ਵਿੱਚ ਵਸ ਗਈ ਹੈ। ਇੱਕ ਹੀ ਚੀਜ਼ ਵਸ ਸਕਦੀ ਹੈ ਹਿਰਦੇ ਵਿੱਚ, ਜਾਂ ਨਿਰੰਕਾਰ ਹੋਵੇਗਾ ਜਾਂ ਸੰਸਾਰ ਹੋਏਗਾ, ਜਾਂ ਵਿਕਾਰ ਹੋਣਗੇ ਜਾਂ ਪਰਮਾਤਮਾ ਹੋਏਗਾ। ਇੱਕ ਹੀ ਚੀਜ਼ ਵਸ ਸਕਦੀ ਹੈ, ਜਾਂ ਗੁਰੂ ਹੋਏਗਾ, ਗੁਰੂ ਦੀ ਮੱਤ ਹੋਵੇਗੀ, ਜਾਂ ਮਨਮਤ ਹੋਏਗੀ, ਜਾਂ ਦੁਰਮਤ ਹੋਵੇਗੀ। ਤੇ ਇੱਥੇ ਗੁਰੂ ਜੀ ਕਹਿ ਰਹੇ ਨੇ ਕਿ ਵੀ ਭਾਈ ਸਿੱਖਾ, ਤੂੰ ਵੀ ਤਰਲੇ ਲੈ ਕੇ ਅਰਦਾਸ ਕਰਿਆ ਕਰ। ਜਿਸ ਗੁਰੂ ਦੀ ਬਾਣੀ ਗਾਉਣਾ, ਜਿਸ ਗੁਰੂ ਦੀ ਬਾਣੀ ਪੜ੍ਹਦਾ, ਉਸ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ, ਗੁਰੂ ਜੀ ਮੇਰੇ ਹਿਰਦੇ ਵਿੱਚ ਵਸੋ। ਤੁਹਾਡੇ ਬਚਨ ਇਹ ਪ੍ਰੀਤ ਲਾ ਕੇ ਕੰਨਾਂ ਨਾਲ ਸੁਣਦਾ ਰਵਾਂ, ਅੰਦਰ ਵਸ ਜਾਣ ਤੁਹਾਡੇ ਬਚਨ, ਕਿਉਂਕਿ ਇਹਨਾਂ ਬਚਨਾਂ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ। ਵਾਹੋ ਵਾਹ ਬਾਣੀ ਨਿਰੰਕਾਰ ਹੈ। ਜਦੋਂ ਇਹ ਬਾਣੀ ਹਿਰਦੇ ਵਿੱਚ ਵਸ ਜਾਏਗੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਮੇਰੀਆਂ ਚਿੰਤਾਵਾਂ ਮਿਟ ਜਾਣਗੀਆਂ, ਦੁੱਖ ਮਿਟ ਜਾਣਗੇ। ਤੇ ਅੱਜ ਦੀ ਇਸ ਪਾਵਨ ਬਚਨ ਅੰਦਰ ਗੁਰੂ ਜੀ ਕਹਿ ਰਹੇ ਨੇ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾਵਨਾ। ਮੇਰੇ ਗੁਰੂ ਜੀ ਮੇਰੇ ਹਿਰਦੇ ਵਿੱਚ ਆ ਕੇ ਵਸੋ। ਰੱਬ ਜੀ ਦੀ ਸਿਫਤੋ ਸਲਾਹ ਦੇ ਬਚਨ, ਆਪਣੀ ਬਾਣੀ ਇਹ ਉਪਦੇਸ਼ ਮੈਨੂੰ ਕੰਨੀ ਸੁਣਾਓ। ਫਿਰ ਕਹਿੰਦੇ ਨੇ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਹੇ ਪਿਆਰੇ ਗੁਰੂ, ਤੇਰੇ ਆਇਆ ਮੇਰਾ ਮਨ, ਮੇਰਾ ਤਨ ਆਤਮਿਕ ਜੀਵਨ ਦੇਣ ਵਾਲਾ ਬਣ ਜਾਂਦਾ ਹੈ। ਕਹਿੰਦੇ ਹੇ ਸਤਿਗੁਰੂ, ਤੇਰੇ ਚਰਨਾਂ ਵਿੱਚ ਰਹਿ ਕੇ ਪਰਮਾਤਮਾ ਦਾ ਜਸ ਗਾਇਆ ਜਾ ਸਕਦਾ ਹੈ। ਗੁਰੂ ਦੀ ਇੱਕ ਖਾਸੀਅਤ ਹੈ, ਗੁਰੂ ਆਪਣੇ ਕੋਲ ਆਉਣ ਵਾਲੇ ਨੂੰ ਕੇਵਲ ਪਰਮੇਸ਼ਰ ਦੇ ਗੁਣ ਚੇਤੇ ਕਰਾਉਂਦਾ ਹੈ, ਕੇਵਲ ਪਰਮੇਸ਼ਰ ਦੀ ਵਡਿਆਈ ਨਾਲ ਜੋੜਦਾ ਹੈ। ਗੁਰੂ ਆਪਣੀ ਵਡਿਆਈ ਨਹੀਂ, ਆਪਣੇ ਪਰਿਵਾਰ ਦੀ ਵਡਿਆਈ ਨਹੀਂ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਬਾਣੀ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ, ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਦਾ ਕਿਤੇ ਜ਼ਿਕਰ ਹੈ ਬਾਣੀ ਵਿੱਚ? ਗੁਰੂ ਨੇ ਕੀਤਾ ਆਪਣੇ ਮਾਤਾ ਪਿਤਾ ਦਾ ਜ਼ਿਕਰ, ਆਪਣੀ ਕੁਲ ਦਾ ਜ਼ਿਕਰ, ਆਪਣੇ ਬੱਚਿਆਂ ਦਾ ਜ਼ਿਕਰ, ਆਪਣੇ ਨਗਰ ਖੇੜੇ ਦਾ ਜ਼ਿਕਰ? ਬਿਲਕੁਲ ਨਹੀਂ। ਕੇਵਲ ਪਰਮੇਸ਼ਰ ਦੀ ਕੀਰਤੀ ਗਾਈ ਗਈ ਹੈ, ਕੇਵਲ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਗੁਰੂ ਦੇ ਰਾਹੀਂ ਕੀਤੀ ਗਈ ਹੈ। ਤੇ ਗੁਰੂ ਹਰੀ ਪ੍ਰਭੂ ਦੇ ਗੁਣ ਚੇਤੇ ਕਰਾਉਂਦਾ ਹੈ, ਪਰਮਾਤਮਾ ਦਾ ਜਸ ਗੁਰੂ ਨਾਲ ਜੁੜ ਕੇ ਗਾਇਆ ਜਾਂਦਾ ਹੈ। ਤੇ ਗੁਰੂ ਜੀ ਇਸੇ ਕਰਕੇ ਕਹਿੰਦੇ ਨੇ ਕਿ ਜਦੋਂ ਤੁਸੀਂ ਮੇਰੇ ਹਿਰਦੇ ਵਿੱਚ ਆ ਕੇ ਵਸਦੇ ਹੋ, ਮੇਰਾ ਤਨ ਮਨ ਇਹ ਆਤਮਿਕ ਜੀਵਨ ਵਾਲਾ ਬਣ ਜਾਂਦਾ ਹੈ। ਕਹਿੰਦੇ ਨੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਪਰਮਾਤਮਾ ਦਾ ਜਸ ਗਾਉਣ ਨੂੰ ਮਨ ਕਰਦਾ ਹੈ। ਗੁਰੂ ਪਰਮਾਤਮਾ ਦਾ ਜਸ ਹੀ ਸਾਨੂੰ, ਇਹ ਸਾਡੇ ਕੰਨਾਂ ਵਿੱਚ ਪਾਉਂਦਾ ਹੈ, ਸਾਨੂੰ ਗਵਾਉਂਦਾ ਹੈ। ਫਿਰ ਅੱਗੇ ਕਹਿੰਦੇ ਆ ਜੀ, ਸੰਤ ਕਿਰਪਾ ਤੇ ਹਿਰਦੈ ਵਾਸੈ,
ਦੂਜਾ ਭਾਉ ਮਿਟਾਵਨਾ। ਇੱਥੇ ਸੰਤ ਸ਼ਬਦ ਗੁਰੂ ਵਾਸਤੇ ਵਰਤਿਆ। ਕਹਿੰਦੇ ਗੁਰੂ ਦੀ ਮਿਹਰ ਨਾਲ ਪਰਮਾਤਮਾ ਹਿਰਦੇ ਵਿੱਚ ਆ ਕੇ ਵਸਦਾ ਹੈ ਤੇ ਮਾਇਆ ਦਾ ਮੋਹ ਦੂਰ ਕੀਤਾ ਜਾਂਦਾ ਹੈ। ਗੁਰੂ ਨਾਲ ਜੁੜ ਕੇ ਪਰਮਾਤਮਾ ਹਿਰਦੇ ਵਿੱਚ ਆ ਕੇ ਵਸਿਆ, ਰੱਬੀ ਗੁਣ ਹਿਰਦੇ ਵਿੱਚ ਆ ਕੇ ਵਸੇ ਤੇ ਮਾਇਆ ਦਾ ਪ੍ਰਭਾਵ, ਵਿਕਾਰਾਂ ਦਾ ਪ੍ਰਭਾਵ ਅੰਦਰੋਂ ਜੀਵਨ ਵਿੱਚੋਂ ਨਿਕਲ ਗਿਆ। ਮੈਂ ਪਹਿਲਾਂ ਬੇਨਤੀ ਕੀਤੀ ਵੀ ਜਦੋਂ ਪਰਮੇਸ਼ਰ ਆ ਕੇ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਕੋਈ ਕਿਲ ਵਿਖ, ਕੋਈ ਪਾਪ, ਕੋਈ ਮੰਦੇ ਵਿਚਾਰ, ਕੋਈ ਅਵਗੁਣ, ਕੋਈ ਵਿਕਾਰ, ਇਹ ਨਹੀਂ ਉਸ ਜਗ੍ਹਾ ਰਹਿੰਦੇ। ਗੁਣ ਆ ਕੇ ਵਸ ਗਏ, ਅਵਗੁਣ ਹੁਣ ਅੰਦਰੋਂ ਨਿਕਲ ਗਏ ਨੇ। ਇਸੇ ਕਰਕੇ ਗੁਰੂ ਜੀ ਕਹਿ ਰਹੇ ਨੇ ਵੀ ਤੂੰ ਮੇਰੇ ਹਿਰਦੇ ਵਿੱਚ ਆ ਕੇ ਵਸ। ਜਿੰਨਾ ਚਿਰ ਤੂੰ ਹਿਰਦੇ ਵਿੱਚ ਨਹੀਂ ਵਸੇਗਾ, ਵਿਕਾਰਾਂ ਨੇ ਮੇਰੇ ਪੱਲੇ ਕੱਖ ਨਹੀਂ ਛੱਡਣਾ। ਕਾਮ ਟਿਕਿਆ ਰਹੇਗਾ, ਕ੍ਰੋਧ ਟਿਕਿਆ ਰਹੇਗਾ, ਲੋਭ ਮੋਹ ਹੰਕਾਰ ਟਿਕੇ ਰਹਿਣਗੇ ਤੇ ਆਤਮਿਕ ਜੀਵਨ ਨੂੰ ਤਬਾਹ ਕਰਦੇ ਰਹਿਣਗੇ। ਫਿਰ ਅੱਗੇ ਕਹਿੰਦੇ ਆ ਵੀ ਭਗਤ ਦਇਆ ਤੇ ਬੁੱਧ ਪਰਗਾਸੈ, ਦੁਰਮਤ ਦੂਖ ਤਜਾਵਨਾ। ਪਰਮਾਤਮਾ ਦੇ ਭਗਤ ਦੀ ਕਿਰਪਾ ਨਾਲ, ਗੁਰੂ ਕੌਣ ਨੇ? ਪਰਮਾਤਮਾ ਦਾ ਭਗਤ। ਕਹਿੰਦੇ ਪਰਮਾਤਮਾ ਦੇ ਭਗਤ ਦੀ ਕਿਰਪਾ ਦੇ ਨਾਲ ਬੁੱਧੀ, ਆਤਮਿਕ ਜੀਵਨ ਵਾਲਾ, ਬੁੱਧੀ ਵਿੱਚ ਆਤਮਿਕ ਜੀਵਨ ਦਾ ਚਾਨਣਾ ਹੋ ਜਾਂਦਾ ਹੈ। ਖੋਟੀ ਮੱਤ ਤੇ ਸਾਰੇ ਵਿਕਾਰ ਅੰਦਰੋਂ ਚਲੇ ਜਾਂਦੇ ਨੇ ਜਦੋਂ ਗੁਰੂ ਦਾ ਵਸ। ਇਹ ਨਿਸ਼ਾਨੀ ਹੈ। ਗੁਰੂ ਬਚਨਾਂ ਕਰਕੇ ਵਸ ਗਿਆ, ਉਪਦੇਸ਼ ਕਰਕੇ ਟਿਕ ਗਿਆ, ਖੋਟੀ ਬੁੱਧ ਦਾ ਨਾਸ਼ ਹੋ ਗਿਆ, ਭੈੜੇ ਵਿਚਾਰ, ਭੈੜੇ ਖਿਆਲ ਮਨ ਦੇ ਅੰਦਰੋਂ ਚਲੇ ਗਏ। ਇਹ ਗੁਰੂ ਦੇ ਵਸਣ ਦੀ ਨਿਸ਼ਾਨੀ ਹੈ। ਬੜਾ ਪਿਆਰਾ ਇੱਕ ਹੋਰ ਬਚਨ ਆਪ ਜੀ ਨੂੰ ਸਰਵਣ ਕਰਾਦੇ ਆ। ਗੁਰੂ ਜੀ ਕਹਿੰਦੇ ਆਪੋਸ਼ਟ ਬਾਤ ਤੇ ਭਈ ਸੀਦਰੀ, ਦੁਸ਼ਟ ਦੂਤ ਸਜਨਈ। ਕਹਿੰਦੇ ਨੇ ਹੁਣ ਜਿਹੜੀਆਂ ਪਹਿਲਾਂ ਜਿਹੜੀਆਂ ਪੁੱਠੀਆਂ ਗੱਲਾਂ ਸੀ ਨਾ, ਉਹ ਸਿੱਧੀਆਂ ਹੋ ਗਈਆਂ। ਜਿਹੜੇ ਆਤਮਿਕ ਜੀਵਨ ਨੂੰ ਮਾਰਨ ਵਾਲੇ ਮੇਰੇ ਅੰਦਰ ਵਿਕਾਰ, ਮੇਰੇ ਦੁਸ਼ਮਣ ਸੀ, ਉਹ ਸੱਜਣ ਬਣ ਗਏ। ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਮੇਰੇ ਅੰਦਰ ਵਿਕਾਰਾਂ ਦਾ ਹਨੇਰਾ ਸੀ, ਪ੍ਰਕਾਸ਼ ਕਰ ਦਿੱਤਾ ਗੁਰੂ ਨੇ। ਗੁਰੂ ਨੇ ਕਿਰਪਾ ਕੀਤੀ, ਜਿਹੜੀ ਮਲੀਨ ਬੁੱਧ ਸੀ ਉਹ ਪਵਿੱਤਰ ਹੋ ਗਈ, ਸ਼ੁੱਧ ਹੋ ਗਈ। ਜੋ ਕਿਰਪਾ ਗੋਬਿੰਦ ਭਈ, ਜਦੋਂ ਗੁਰੂ ਦੀ ਕਿਰਪਾ ਹੋਈ, ਰਹਿਮਤ ਹੋਈ, ਕਹਿੰਦੇ ਨੇ ਉਦੋਂ ਮੇਰੇ ਅੰਦਰ ਇਹ ਹਿਰਦਾ ਮੇਰਾ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ, ਮੇਰੀ ਮਤ ਸ਼ੁੱਧ ਹੋ ਗਈ, ਖੋਟੀ ਮਤ ਦਾ ਨਾਸ਼ ਹੋ ਗਿਆ, ਵਿਕਾਰਾਂ ਦੀ ਮੈਲ ਅੰਦਰੋਂ ਚਲੇ ਗਈ। ਨਵੇਂ ਚੰਗੇ ਸੰਸਕਾਰ, ਚੰਗੇ ਵਿਚਾਰ, ਚੰਗੀ ਸੋਚ ਦਾ ਮੈਂ ਮਾਲਕ ਬਣ ਗਿਆ। ਫਿਰ ਅੱਗੇ ਇੱਥੇ ਕਹਿ ਰਹੇ ਨੇ ਭਗਤ ਦਇਆ ਤੇ ਬੁੱਧ ਪਰਗਾਸੈ, ਦੁਰਮਤ ਦੂਖ ਤਜਾਵਨਾ। ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨਾ ਪਾਵਨਾ। ਗੁਰੂ ਦਾ ਦਰਸ਼ਨ ਕਰਦੇ ਆ, ਕਹਿੰਦੇ ਨੇ ਜੀਵਨ ਪਵਿੱਤਰ ਹੋ ਜਾਂਦਾ ਹੈ। ਮੁੜ ਮੁੜ ਜੂਨਾਂ ਦੇ ਗੇੜ ਵਿੱਚ ਨਹੀਂ ਪਈਦਾ। ਗੁਰੂ ਦਾ ਦਰਸ਼ਨ, ਗੁਰੂ ਦਾ ਦਰਸ਼ਨ ਕੀ ਹੈ? ਵੀ ਜਿਵੇਂ ਇੱਕ ਤੇ ਦਰਸ਼ਨ ਆ ਮੰਨਦੇ ਆ ਲੋਕ ਵੀ ਜਦੋਂ ਗੁਰੂ ਦੇ ਦਰ ਤੇ ਆਏ, ਗੁਰੂ ਜੀ ਨੂੰ ਨਮਸਕਾਰ ਕੀਤੀ, ਰੁਮਾਲਾ ਚੁੱਕ ਕੇ ਗੁਰੂ ਮਹਾਰਾਜ ਜੀ ਦੇ ਅੰਗ ਦੇਖ ਲਏ, ਉਹ ਕਹਿੰਦੇ ਵੀ ਦਰਸ਼ਨ ਹੋ ਗਏ। ਨਹੀਂ ਜੀ, ਇਹ ਅਧੂਰੇ ਦਰਸ਼ਨ ਨੇ। ਦਰਸ਼ਨ ਅਸਲ ਦੇ ਵਿੱਚ ਪਤਾ ਕੀ ਹੈ? ਆਏ ਆ, ਗੁਰੂ ਨੂੰ ਅਦਬ ਭਾਵਨਾ ਦੇ ਨਾਲ ਨਮਸਕਾਰ ਕੀਤੀ। ਗੁਰੂ ਦੀ ਬਾਣੀ ਜੇ ਕੀਰਤਨ ਚੱਲ ਰਿਹਾ ਹੈ, ਜਾਂ ਬਾਣੀ ਦਾ ਪਾਠ ਚੱਲ ਰਿਹਾ ਹੈ, ਜਾਂ ਕਥਾ ਚੱਲ ਰਹੀ ਹੈ, ਗੁਰੂ ਦੀ ਗੋਦ ਵਿੱਚ ਬਹਿ ਕੇ ਚੱਲ ਰਹੀ ਬਾਣੀ ਦੀ ਵਿਚਾਰ ਨੂੰ ਕੰਨਾਂ ਨਾਲ ਧਿਆਨ ਨਾਲ ਸੁਣਿਆ, ਕੀਰਤਨ ਨੂੰ ਧਿਆਨ ਨਾਲ ਸੁਣਿਆ। ਨਹੀਂ ਤੇ ਕੋਈ ਨਹੀਂ ਪਾਠ ਕਰ ਰਿਹਾ, ਕੋਈ ਨਹੀਂ ਬਾਣੀ ਦੀ ਵਿਚਾਰ ਕਰ ਰਿਹਾ। ਚਲੋ ਮੈਂ ਚੱਲ ਰਹੇ ਦੀਵਾਨ ਦੇ ਵਿੱਚ ਨਹੀਂ ਆਇਆ ਤੇ ਮੈਂ ਕੱਲਾ ਆਇਆ ਵਾਂ, ਮੈਂ ਮੱਥਾ ਟੇਕ ਕੇ ਮੇਰਾ ਫਰਜ਼ ਬਣਦਾ ਹੈ ਜੇ ਮੈਂ ਪੂਰੇ ਦਰਸ਼ਨ ਕਰਨੇ ਆ ਤੇ ਮੈਨੂੰ ਜਿਹੜਾ ਅੱਜ ਦਾ ਹੁਕਮਨਾਮਾ ਆਇਆ ਜਾਂ ਜਿੱਥੇ ਵੀ ਪ੍ਰਕਾਸ਼ ਹੋਇਆ ਵਾ, ਗੁਰੂ ਦਾ ਬਚਨ ਵਿੱਚੋਂ ਪੜ੍ਹ ਲੈਣਾ ਚਾਹੀਦਾ ਹੈ। ਪੜ੍ਹ ਕੇ ਉਹਨੂੰ ਵਿਚਾਰ ਦੇ ਵਿੱਚ ਲਿਆ ਕਰਕੇ ਮੇਰੇ ਗੁਰੂ ਨੇ ਅੱਜ ਮੈਨੂੰ ਕੀ ਆਦੇਸ਼ ਦਿੱਤਾ ਹੈ,
ਕੀ ਹੁਕਮ ਕਰ ਰਿਹਾ ਮੇਰਾ ਗੁਰੂ, ਇਹ ਸਮਝ, ਇਹ ਸੋਚ ਲੈ ਕੇ ਘਰ ਜਾਣੀ, ਇਹਨੂੰ ਕਹਿੰਦੇ ਨੇ ਦਰਸ਼ਨ ਕਰਨਾ। ਜਿਹੜਾ ਆਇਆ ਤੇ ਆ ਕਰਕੇ ਮੱਥਾ ਟੇਕ ਕੇ ਵਾਪਸ ਪਰਤ ਗਿਆ, ਮੁੜ ਗਿਆ, ਭਾਵੇਂ ਕੜਾਹ ਪ੍ਰਸ਼ਾਦ ਲੈ ਗਿਆ, ਲੰਗਰ ਬਣਿਆ ਸੀ ਉਹ ਲੈ ਗਿਆ। ਉਹ ਜੇ ਆਖੇ ਮੈਂ ਗੁਰੂ ਦੇ ਦਰਸ਼ਨ ਕਰ ਆਇਆ, ਸੱਜਣਾ ਤੂੰ ਦਰਸ਼ਨ ਨਹੀਂ ਕਰਕੇ ਆਇਆ, ਤੂੰ ਕੇਵਲ ਗੇੜਾ ਮਾਰ ਕੇ ਆ ਗਿਆ। ਕਿਉਂਕਿ ਮੇਰੇ ਗੁਰੂ ਦੇ ਪਾਵਨ ਬਚਨ ਨੇ, ਸਤਿਗੁਰ ਨੂੰ ਸਭ ਕੋ ਦੇਖਤਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਨੂੰ ਸੇਵਨਾ ਹੀ ਗੁਰੂ ਦੇ ਦਰਸ਼ਨ ਹਨ। ਆਪਾਂ ਆ ਪੜ੍ਹਦੇ ਨਾ, ਸੁਖ ਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੀਏ ਗੁਰੂ ਕੈ, ਜਨਮ ਮਰਨ। ਸਾਨੂੰ ਥਲੜੀਆਂ ਪੰਕਤੀਆਂ ਯਾਦ ਰਹਿ ਜਾਂਦੀਆਂ ਨੇ ਵੀ ਗੁਰੂ ਦੇ ਦਰਸ਼ਨ ਉਹ ਜਨਮ ਮਰਨ ਦੇ ਗੇੜ ਤੋਂ ਖਲਾਸੀ ਦਿਵਾਉਂਦੇ ਆ, ਪਰ ਉਤਲੀਆਂ ਪੰਕਤੀਆਂ ਵੀ ਨਾਲ ਨੇ। ਦਰਸ਼ਨ ਕਿਹੜੇ? ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਜਦੋਂ ਤੂੰ ਸੇਵੇਂਗਾ, ਜਦੋਂ ਤੂੰ ਉਪਦੇਸ਼ ਨੂੰ ਹਿਰਦੇ ਵਿੱਚ ਅੰਤਸ਼ਕਰਨ ਵਿੱਚ ਲੈ ਕੇ ਆਏਗਾ, ਉਦੋਂ ਤੂੰ ਪ੍ਰਤੱਖ ਦਰਸ਼ਨ, ਪੂਰੇ ਦਰਸ਼ਨ ਕਰੇਗਾ, ਉਦੋਂ ਤੇਰਾ ਜੰਮਣ ਮਰਨ ਦਾ ਗੇੜ ਮਿਟਣਾ ਹੀ, ਉਸ ਤੋਂ ਪਹਿਲਾਂ ਨਹੀਂ। ਤੇ ਇੱਥੇ ਕਹਿ ਰਹੇ ਨੇ ਕਿ ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨਾ ਪਾਵਨਾ। ਵੀ ਜਿਹਨੂੰ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਤੇ ਗਰਭ ਜੋਨਾਂ ਵਿੱਚ ਨਹੀਂ ਪੈਂਦਾ। ਅੱਗੇ ਫਿਰ ਕਹਿੰਦੇ ਨੇ, ਨੌ ਨਿਧ ਰਿੱਧ ਸਿੱਧ ਪਾਈ, ਜੋ ਤੁਮਰੈ ਮਨ ਭਾਵਨਾ। ਹੇ ਪ੍ਰਭੂ ਜੀ, ਹੇ ਗੁਰੂ ਜੀ, ਜਿਹੜਾ ਜੀਵ, ਜਿਹੜਾ ਜਗਿਆਸੂ ਤੁਹਾਨੂੰ ਪਿਆਰਾ ਲੱਗਦਾ, ਤੁਹਾਡੇ ਨਾਲ ਜੁੜ ਕੇ ਉਹ ਰਿੱਧੀਆਂ ਸਿੱਧੀਆਂ ਉਹਦੀਆਂ ਪ੍ਰਕਰਮਾਂ ਕਰਨ ਲੱਗ ਪੈਂਦੀਆਂ ਨੇ। ਇਹ ਅਧਿਆਤਮਿਕ ਤਾਕਤਾਂ ਕਹਿੰਦੇ ਨੇ ਉਹ ਕਰਾਮਾਤੀ ਤਾਕਤਾਂ ਹਾਸਲ ਕਰ ਲੈਂਦਾ ਹੈ। ਪਰ ਕਰਾਮਾਤੀ ਤਾਕਤਾਂ ਹਾਸਲ ਕਰਕੇ ਜੋਗੀਆਂ ਦੇ ਵਾਂਗੂ ਤੇਰਾ ਸ਼ਰੀਕ ਨਹੀਂ ਬਣ ਜਾਂਦਾ। ਉਹ ਇਹਨਾਂ ਨੂੰ ਵੀ ਮਾਇਆ ਦਾ ਰੂਪ ਸਮਝ ਕੇ ਤੇਰੇ ਨਾਲ ਪ੍ਰੀਤ ਪਾਈ ਰੱਖਦਾ ਹੈ, ਤੇਰੇ ਚਰਨਾਂ ਵਿੱਚ ਅਭੇਦ ਹੋ ਜਾਂਦਾ ਹੈ। ਫਿਰ ਅੱਗੇ ਕਹਿੰਦੇ ਆ, ਸੰਤ ਬਿਨਾ ਮੈਂ ਥਾਉ ਨਾ ਕੋਈ, ਅਵਰ ਨਾ ਸੂਝੈ ਜਾਵਨਾ। ਗੁਰੂ ਨਾਲ ਜੁੜਿਆ, ਗੁਰੂ ਦੇ ਬਚਨਾਂ ਨਾਲ ਪ੍ਰੀਤ ਪਾਇਆ, ਇਹ ਸਮਝ ਆ ਜਾਂਦੀ ਹੈ ਕਿ ਗੁਰੂ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ, ਜਿਹੜਾ ਮਨੁੱਖ ਨੂੰ ਵਿਕਾਰਾਂ ਦੀ ਮਾਰ ਵਿੱਚੋਂ ਬਚਾ ਸਕੇ, ਭਵਜਲ ਸਾਗਰ ਦੇ ਵਿੱਚ ਡੁੱਬਣ ਤੋਂ ਬਚਾ ਸਕੇ, ਰੱਬ ਜੀ ਦੇ ਨਾਲ ਜੋੜ ਸਕੇ। ਕਹਿੰਦੇ ਨੇ ਕਿਸੇ ਹੋਰ ਥਾਂ ਜਾਣਾ ਮੈਨੂੰ ਹੁਣ ਸੁੱਝਦਾ ਹੀ ਨਹੀਂ। ਵਾਸਤਵ ਦੇ ਵਿੱਚ ਜਿਹੜਾ ਸੱਚੇ ਦਿਲੋਂ ਗੁਰੂ ਨਾਨਕ ਦੇ ਘਰ ਵਿੱਚ ਆ ਗਿਆ, ਗੁਰੂ ਦੇ ਬਚਨਾਂ ਨਾਲ ਜਿਹਦੀ ਪ੍ਰੀਤ ਬਣ ਗਈ, ਉਹ ਮਰਦੇ ਦਮ ਤੱਕ ਗੁਰੂ ਨੂੰ ਛੱਡ ਕੇ ਕਿਤੇ ਨਾ ਗਿਆ। ਛੋਟੀ ਜੀ ਗਾਥਾ ਕਹਿ ਦਿਆਂ। ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਹਸਨ ਅਬਦਾਲ ਪਹੁੰਚੇ ਆ ਨਾ, ਭਾਈ ਮਰਦਾਨੇ ਜੀ ਨੂੰ ਬੜੀ ਪਿਆਸ ਲੱਗੀ, ਤੀਬਰ ਪਿਆਸ ਲੱਗੀ। ਪਹਾੜੀ ਇਲਾਕਾ ਸੀ ਤੇ ਜਦੋਂ ਬੈਠੇ ਨੇ ਇੱਕ ਜਗ੍ਹਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ ਬੜੀ ਤੀਬਰ ਪਿਆਸ ਹੈ ਤੇ ਪਿਆਸ ਜਰੀ ਨਹੀਂ ਜਾਂਦੀ, ਕਿਤੋਂ ਪਾਣੀ ਘੁੱਟ ਮਿਲ ਜਾਏ ਤੇ ਮੇਰੀ ਪਿਆਸ ਜਿਹੜੀ ਹੈ ਮੈਂ ਉਹਨੂੰ ਕਿਤੇ ਦੂਰ ਕਰ ਸਕਾਂ, ਮੈਨੂੰ ਘੁੱਟ ਕਿਤੋਂ ਪਾਣੀ ਮਿਲ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਸਾਹਮਣੇ ਵਲੀ ਕੰਧਾਰੀ ਹੈ, ਉਹਦੇ ਕੋਲ ਪਾਣੀ ਦਾ ਚਸ਼ਮਾ ਹੈ, ਜਾ ਉਹ ਤੈਨੂੰ ਪਾਣੀ ਦੇ ਦੇਵੇਗਾ, ਪਰ ਪਹਾੜੀ ਤੇ ਚੜ੍ਹਨਾ ਪੈਣਾ ਤੈਨੂੰ। ਕਹਿਣ ਲੱਗੇ ਕੋਈ ਗੱਲ ਨਹੀਂ, ਮੈਂ ਚੜ੍ਹ ਜਾਵਾਂਗਾ, ਪਾਣੀ ਪੀਣਾ ਹੈ, ਪਾਣੀ ਮਿਲ ਜਾਏ 2 ਬੂੰਦਾਂ। ਤੇ ਭਾਈ ਮਰਦਾਨਾ ਜੀ ਉੱਚੀ ਉਸ ਪਹਾੜੀ ਤੇ ਚੜ੍ਹ ਕੇ ਗਿਆ ਤੇ ਉਹਦੇ ਕੋਲ ਪਾਣੀ ਮੰਗਿਆ। ਉਹਨੂੰ ਪੁੱਛਦਾ ਵੀ ਤੂੰ ਕੌਣ ਹੈ, ਕਿੱਥੋਂ ਆਇਆ ਹੈ? ਕਹਿਣ ਲੱਗਾ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਹਾਂ, ਮੇਰਾ ਗੁਰੂ ਥੱਲੇ ਬੈਠਾ ਹੈ ਤੇ ਮੈਨੂੰ ਪਿਆਸ ਲੱਗੀ ਹੈ, ਤੇਰੇ ਕੋਲ ਪਾਣੀ ਪੀਣ ਵਾਸਤੇ ਭੇਜਿਆ ਹੈ। ਤੇ ਜਦੋਂ ਐਸੀ ਬਾਤ ਸੁਣੀ, ਕਿਉਂਕਿ ਭਾਈ ਮਰਦਾਨਾ ਜੀ ਨੇ ਆਪਣੇ ਗੁਰੂ ਦੀ ਸਿਫਤ ਕੀਤੀ ਸੀ, ਵਡਿਆਈ ਕੀਤੀ ਸੀ,
ਕਹਿਣ ਲੱਗੇ ਸਿਫਤਾਂ ਤੇ ਗੁਰੂ ਆਪਣੇ ਦੀਆਂ ਬੜੀਆਂ ਕਰਦਾ ਏ, ਪਰ ਪਾਣੀ ਤੇਰਾ ਗੁਰੂ ਤੈਨੂੰ ਦੇ ਨਹੀਂ ਸਕਦਾ। ਪਾਣੀ ਤੈਨੂੰ ਮੈਂ ਤਾਂ ਦਿਆਂਗਾ ਜੇ ਤੂੰ ਮੇਰੀ ਸਿਫਤ ਕਰੇਂਗਾ, ਆਪਣੇ ਗੁਰੂ ਨੂੰ ਛੱਡੇਂਗਾ ਤੇ ਮੇਰੀ ਸਿਫਤ ਕਰੇਂਗਾ ਤਾਂ ਤੈਨੂੰ ਪਾਣੀ ਦਿੱਤਾ ਜਾਏਗਾ, ਨਹੀਂ ਤੇ ਚਲਿਆ ਜਾ। ਜਿਸ ਗੁਰੂ ਦੀ ਸਿਫਤ ਕਰ ਰਿਹਾ ਉਹਨੂੰ ਕਹਿ ਪਾਣੀ ਦੇ, ਪਾਣੀ ਵੀ ਨਹੀਂ ਤੈਨੂੰ ਪਿਲਾ ਸਕਦਾ। ਤੇ ਭਾਈ ਮਰਦਾਨਾ ਜੀ ਥੱਲੇ ਆ ਗਏ, ਕਹਿਣ ਲੱਗੇ ਦਿੱਤਾ ਪਾਣੀ? ਕਹਿਣ ਲੱਗੇ ਨਹੀਂ, ਉਸਨੇ ਪਾਣੀ ਕੋਈ ਨਹੀਂ ਦਿੱਤਾ। ਕਹਿਣ ਲੱਗੇ ਫਿਰ ਜਾ। ਭਾਈ ਮਰਦਾਨਾ ਜੀ ਫਿਰ ਗਿਆ, ਕਹਿਣ ਲੱਗੇ ਤੈਨੂੰ ਆਖਿਆ ਏ ਵੀ ਜੇ ਜਿੰਨਾ ਚਿਰ ਮੇਰੀ ਸਿਫਤ ਨਹੀਂ ਕਰੇਗਾ ਉਹਨਾਂ ਚਿਰ ਤੈਨੂੰ ਪਾਣੀ ਨਹੀਂ ਮਿਲੇਗਾ। ਭਾਈ ਮਰਦਾਨਾ ਜੀ ਫਿਰ ਆਏ ਵਾਪਸ। ਭਾਈ ਮਰਦਾਨੇ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਪੁੱਛਦੇ ਨੇ ਪਾਣੀ ਮਿਲਿਆ? ਕਹਿਣ ਲੱਗੇ ਨਹੀਂ ਮਿਲਿਆ। ਕਹਿਣ ਲੱਗੇ ਇੱਕ ਵਾਰੀ ਹੋਰ ਜਾ। ਭਾਈ ਮਰਦਾਨਾ ਜੀ ਤੀਜੀ ਵਾਰ ਵਿਚਾਰਾ ਗਿਆ, ਇੰਨੀ ਉੱਚੀ, ਗੁਰੂ ਦਾ ਹੁਕਮ ਨਹੀਂ ਸੀ ਕਦੇ ਟਾਲਦਾ। ਜਦੋਂ ਤੀਜੀ ਵਾਰ ਗਿਆ ਉਸਨੇ ਆਖਿਆ ਤੇਰਾ ਗੁਰੂ ਇੰਨਾ ਕੰਗਾਲ ਹੈ, ਇੰਨਾ ਗਰੀਬ ਹੈ, ਉਂਝ ਤੇ ਬੜੀਆਂ ਸਿਫਤਾਂ ਤੂੰ ਆਪਣੇ ਗੁਰੂ ਦੀਆਂ ਮੇਰੇ ਕੋਲ ਕੀਤੀਆਂ, ਤੇਰਾ ਗੁਰੂ ਤੈਨੂੰ ਪਾਣੀ ਤੱਕ ਨਹੀਂ ਪਿਲਾ ਸਕਦਾ, ਹੋਰ ਉਹਨੇ ਰੂਹਾਨੀਅਤ, ਹੋਰ ਉਹਨੇ ਆਤਮਿਕ ਭੁੱਖਾਂ ਕਿਤੋਂ ਮਿਟਾਉਣੀਆਂ ਨੇ, ਹੋਰ ਉਹਨੇ ਕੀ ਕਿਸੇ ਦਾ ਭਲਾ ਕਰਨਾ ਏ। ਛੱਡ ਉਸ ਗੁਰੂ ਨੂੰ ਜਿਹਦੇ ਕੋਲ ਪਾਣੀ ਤੱਕ ਨਹੀਂ ਹੈ, ਆ ਮੇਰੀ ਸਿਫਤ ਕਰ ਥੋੜੀ ਜੀ। ਕਿਉਂਕਿ ਹੰਕਾਰੀ ਸੀ ਉਹ, ਤੇ ਹੰਕਾਰੀ ਬੰਦੇ ਨੂੰ ਕੇਵਲ ਆਪਣੀ ਸਿਫਤ ਸੁਣਨੀ ਹੀ ਚੰਗੀ ਲੱਗਦੀ ਹੈ, ਆਪਣੇ ਆਪ ਨੂੰ ਉਹ ਉੱਚਾ ਸਮਝਦਾ ਹੈ, ਵੱਡਾ ਸਮਝਦਾ ਹੈ। ਤੇ ਕਹਿੰਦਾ ਮੇਰੀ ਸਿਫਤ ਕਰ, ਛੱਡ ਉਸ ਗੁਰੂ ਨਾਨਕ ਨੂੰ ਜਿਹੜਾ ਪਾਣੀ ਤੱਕ ਨਹੀਂ ਪਿਲਾ ਸਕਦਾ, ਉਹਦੇ ਕੋਲ ਦਿਨ ਰਾਤ ਤੂੰ ਰੁਲਦਾ ਫਿਰਦਾ ਏ, ਉਹਦੇ ਨਾਲ ਤੁਰਿਆ ਫਿਰਦਾ ਏ। ਛੱਡ ਉਸ ਗੁਰੂ ਨਾਨਕ ਨੂੰ, ਹੁਣੇ ਮੇਰੀ ਸਿਫਤ ਦੇ ਵਿੱਚ ਦੋ ਸ਼ਬਦ ਬੋਲ, ਮੇਰਾ ਚੇਲਾ ਬਣ, ਮੈਂ ਤੈਨੂੰ ਪਾਣੀ ਪਿਲਾ ਦਿਆਂਗਾ। ਪਾਣੀ ਨਹੀਂ, ਬਹੁਤ ਕੁਝ ਦੇ ਦਿਆਂਗਾ। ਭਾਈ ਮਰਦਾਨਾ ਜੀ ਕਹਿੰਦੇ ਨਹੀਂ, ਹੁਣ ਪਿਆਸਾ ਮਰ ਜਾਵਾਂਗਾ, ਤੇਰੇ ਕੋਲ ਦੁਬਾਰਾ ਨਹੀਂ ਆਵਾਂਗਾ। ਕਹਿੰਦੇ ਮਰ ਫਿਰ ਪਿਆਸਾ। ਉਹਨੇ ਇਹ ਬਚਨ ਕਹੇ ਬੜੀ ਕੰਧਾਰੀ ਨੇ। ਹੁਣ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੋ ਤੀਜੀ ਵਾਰ ਵੀ ਖਾਲੀ ਆ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਹੁਣ ਤੁਹਾਡੇ ਕਹਿਣ ਤੇ ਵੀ ਮੈਂ ਨਹੀਂ ਜਾਵਾਂਗਾ, ਪਿਆਸਾ ਮਰ ਜਾਵਾਂਗਾ, ਪਰ ਉਸ ਹੰਕਾਰੀ ਦੇ ਕੋਲ ਪਾਣੀ ਪੀਣ ਨਹੀਂ ਜਾਵਾਂਗਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਅੱਗੇ ਤੇ ਉਹਨੇ ਮੈਨੂੰ ਸੁਣਾਈਆਂ ਸਨ ਗੱਲਾਂ, ਮੈਨੂੰ ਚਾਰ ਗੱਲਾਂ ਹੋਰ ਸੁਣਾ ਲੈਂਦਾ, ਪਰ ਹੁਣ ਤੁਹਾਡੀ ਸ਼ਾਨ ਦੇ ਖਿਲਾਫ ਉਹਨੇ ਬੋਲਿਆ ਵੀ ਉਹ ਕਾਹਦਾ ਗੁਰੂ ਜਿਹੜਾ ਆਪਣੇ ਸਿੱਖ ਨੂੰ, ਆਪਣੇ ਚੇਲੇ ਨੂੰ ਪਾਣੀ ਨਹੀਂ ਪਿਲਾ ਸਕਦਾ, ਤੇ ਆਤਮਿਕ ਭੁੱਖਾ ਕਿਤੋਂ ਮਿਟਾਏਗਾ। ਛੱਡ ਉਸ ਗੁਰੂ ਨੂੰ ਜਿਹਦੇ ਕੋਲ ਪਾਣੀ ਬੁਝਾਉਣ ਦੀ ਤਾਕਤ ਨਹੀਂ। ਮੇਰੀ ਸਿਫਤ ਕਰ, ਮੇਰੇ ਗੁਣ ਗਾ, ਤਾਂ ਮੈਂ ਪਾਣੀ ਦਿਆਂਗਾ। ਕਹਿਣ ਲੱਗੇ ਪਿਆਸਾ ਮਰ ਜਾਏਗਾ ਮਰਦਾਨਾ, ਕਦੇ ਆਪਣੇ ਗੁਰੂ ਨਾਨਕ ਦਾ ਦਰ ਛੱਡ ਕੇ, ਗੁਰੂ ਨਾਨਕ ਦੀ ਸਿਫਤ ਛੱਡ ਕੇ ਕਿਸੇ ਹੰਕਾਰੀ ਦੀ ਸਿਫਤ ਨਹੀਂ ਕਰੇਗਾ। ਘੁੱਟ ਕੇ ਛਾਤੀ ਨਾਲ ਲਾਇਆ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਕਹਿਣ ਲੱਗੇ ਜਿਸ ਚਸ਼ਮੇ ਦਾ, ਜਿਸ ਪਾਣੀ ਦਾ ਹੰਕਾਰ ਕਰ ਰਿਹਾ ਵਲੀ ਕੰਧਾਰੀ, ਉਹੀ ਚਸ਼ਮਾ ਵਾਕੇ ਥੱਲੇ ਆਏਗਾ। ਸੱਚ ਜਾਣਿਓ, ਉਹ ਪੱਥਰ, ਉਹ ਗੁਰੂ ਜੀ ਨੇ ਪੱਥਰ ਚੁੱਕਿਆ, ਪਾਣੀ ਦਾ ਚਸ਼ਮਾ ਜਿਹੜਾ ਵਗ ਤੁਰਿਆ, ਤੇ ਉਸ ਵਲੀ ਕੰਧਾਰੀ ਨੇ ਹੰਕਾਰ ਵਿੱਚ ਆ ਕਰਕੇ ਵੀ ਇਹਨਾਂ ਨੂੰ ਪਾਣੀ ਥੱਲਿਓਂ ਜਾ ਰਿਹਾ, ਮਿਲ ਰਿਹਾ, ਤੇ ਉਹਨੇ ਉੱਤੋਂ ਪੱਥਰ ਵਗਾ ਕੇ ਮਾਰਿਆ, ਆਪਣੇ ਵੱਲੋਂ ਮਾਰਨਾ ਚਾਹਿਆ ਭਾਈ ਮਰਦਾਨਾ ਜੀ ਨੂੰ, ਗੁਰੂ ਨਾਨਕ ਦੇਵ ਜੀ ਨੂੰ। ਗੁਰੂ ਜੀ ਨੇ ਹੱਥ ਲਾ ਕੇ ਉਹ ਪੱਥਰ ਰੋਕ ਦਿੱਤਾ। ਅੱਜ ਵੀ ਉਹ ਪੰਜਾ ਸਾਹਿਬ ਗੁਰਦੁਆਰਾ ਬਣਿਆ। ਮੇਰੇ ਕਹਿਣ ਤੋਂ ਮੁਰਾਦ ਵੀ ਭਾਈ ਮਰਦਾਨਾ ਜੀ ਵਰਗੀ ਸ਼ਖਸੀਅਤ, ਉਹ ਕਹਿੰਦੇ ਨੇ ਪਿਆਸਾ ਮਰ ਜਾਵਾਂਗਾ, ਆਪਣੇ ਗੁਰੂ ਦਾ ਦਰ ਨਹੀਂ ਛੱਡਾਂਗਾ। ਗੁਰੂ ਦੇ ਤੁਲ ਕਿਸੇ ਹੋਰ ਦੀ ਸਿਫਤ, ਕਿਸੇ ਹੋਰ ਦੀ ਵਡਿਆਈ ਨਹੀਂ ਕਰਾਂਗਾ। ਇੰਨਾ ਸਿਦਕ, ਇੰਨਾ ਪ੍ਰੇਮ, ਇੰਨਾ ਭਰੋਸਾ। ਇੱਥੇ ਉਹੀ ਬਚਨ ਆ ਰਹੇ ਨੇ ਕਿ ਸੰਤ ਬਿਨਾ ਕੋ ਮੈਂ ਥਾਉ ਨਾ ਕੋਈ ਅਵਰ ਨਾ ਸੂਝੈ, ਜਾਵਨਾ ਮੋਹਿ ਨਿਰਗੁਣ ਕੋ ਕੋਏ ਨਾ ਰਾਖੈ, ਸੰਤਾਂ ਸੰਗ ਸਮਾਵਨਾ। ਮੇਰੇ ਵਰਗੇ ਗੁਣਹੀਣ ਨੂੰ ਕੋਈ ਨਹੀਂ। ਉਹਦੀ ਬਾਹ ਫੜਨ ਵਾਲਾ ਗੁਰੂ ਦੇ ਸੰਗ ਕਰਕੇ ਹੀ ਮੈਂ ਪਰਮਾਤਮਾ ਦੇ ਵਿੱਚ ਮਿਲਾਪ ਕਰਨ ਜੋਗਾ ਹੋਇਆ ਵਾਂ।
ਗੁਰੂ ਨੇ ਮੈਨੂੰ ਬਾਹੋਂ ਫੜ ਕੇ ਪ੍ਰਮਾਤਮਾ ਦੇ ਵਿੱਚ ਟਿਕਾ ਦਿੱਤਾ, ਮੇਰੀ ਸਮਾਈ ਕਰਾ ਦਿੱਤੀ। ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮੱਧੇ ਹਰ ਹਰ ਰਾਵਨ। ਗੁਰੂ ਨੇ ਕਹਿੰਦੇ ਨੇ ਇੱਕ ਹੈਰਾਨ ਕਰਨ ਵਾਲਾ ਮੈਨੂੰ ਕੌਤਕ ਦਿਖਾ ਦਿੱਤਾ ਵੀ ਮੈਨੂੰ ਆਪਣੇ ਮਨ ਦੇ ਵਿੱਚ ਵੀ ਉਹ ਦਿਖਾਈ ਦੇ ਰਿਹਾ ਹੈ, ਮੈਨੂੰ ਸਾਰਿਆਂ ਦੇ ਵਿੱਚੋਂ ਵਸਦਾ ਪਰਮਾਤਮਾ ਦਿਖਾਈ ਦੇ ਰਿਹਾ, ਤੇ ਮੈਂ ਉਹਦੇ ਮਿਲਾਪ ਦਾ ਆਨੰਦ ਮਾਣਦਾ ਪਿਆ ਵਾਂ। ਇਸ ਪਾਵਨ ਬਚਨ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਰਲੇ ਲਏ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੇ ਸਤਿਗੁਰ ਜੀ, ਮੇਰੇ ਹਿਰਦੇ ਵਿੱਚ ਆ ਕੇ ਵਸੋ, ਆਪਣੇ ਬਚਨ ਰੱਬੀ ਬੋਲ ਮੇਰੇ ਕੰਨਾਂ ਦੇ ਵਿੱਚ ਪਾਓ ਤਾਂ ਕਿ ਮੇਰਾ ਜੀਵਨ ਸਫਲ ਹੋ ਸਕੇ। ਭੁੱਲ ਗਲਤੀ ਦੀ ਖੇਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।